गुरु गोबिंद सिंह पातशाह के जीवन विच वापर की गया, ये कुछ शब्द चित्र ने जिहड़े इस कविता विच तुहाडे नाल सांझे करांगा। कविता दे नाल नाल तुरना। पहली की गल वापरी गुरु गोबिंद सिंह पातशाह के जीवन विच, सारी उम्र अखां चों हंझू नहीं आए साहिबां दे। मैं इत्थों अपनी कथा शुरू करदा हाँ। जदों दिल्ली दे विच ज़ालमा सी जुल्म कमाया, जदों दिल्ली दे विच ज़ालमा सी जुल्म कमाया, सिर दे के नौवें गुरां ने जद सिदक बचाया। सत्संगत मैं कथा वड्डी कहनी है, इसलिए बड़ा समेट के बड़े संकोचवें जहे शब्दों विच थोड़े थोड़े शब्दों विच सारी कथा बयान होंदी रहेगी। कविता दे नाल नाल तुरोगे तो फिर हो सकता नाल तुर सको, नहीं तो पैर पिछे रह जाएगा। आप जी ने नाल नाल तुरना। जदों दिल्ली दे विच ज़ालमा सी जुल्म कमाया, सिर दे के नौवें गुरां ने जद सिदक बचाया। चल पुरी आनंद विच दिल्लियों रंगरेटा आया, उन्हें सीस पिता दा पुत दी झोली विच पाया। उन्हें सीस पिता दा पुत दी झोली विच पाया। की वरत्या चांदनी चौंक विच सब हाल सुनाया। वो किंज पुत दे सिर तो उठ गया बापू दा साया। किंज पुत दे सिर तो उठ गया बापू दा साया। ओ जिस जिस ने सुनिया रो पिया, लै लै हिटकोरां। उदों पत्थर दिल भी रो पे भर भर डसकोरां। उदों पत्थर दिल भी रो पे भर भर डसकोरां। ते उदों जग विच हाहाकार दी हो, उदों जग विच हाहाकार दी मच गई दुहाई। पर दसम पिता दियां अखां विच एक बूंद ना आई। पर दसम पिता दियां अखां विच एक बूंद ना आई। ते दूसरी घटना, जदों मगरों चढ़ के आ गई मुगलां दी ढाणी, अगे रस्ता रोकी खड़ी सी सरसा तूफानी। उदों चल गई तकदीर दी कोई पुठी कानी, तां होई परिवार विछोड़ियां दी शुरू कहानी। ओ जिन्हां पुत्रां हाली पिता दी सी गोद हंडाणी, ओ जिन्हां राजना हाली मापियां दी ममता माणी। सी आस के कल नूं चढ़नगे ए जदों जवानी, तां पुत गोबिंद दे होणगे सरुआं दे हाणी। पर जोड़ी विछड़ी पिता तो विच उम्र नियाणी, उदों डुसकां भर भर रो पिया सरसा दा पानी। ये भी एक अलंकार है साध संगत। पानी हो सकता कदी ना रोंदा होवे, पर ऐसी घटना वापर जाए कि पानी भी डुसकां भर भर के रोया। कि सी आस के कल नूं चढ़नगे ए जदों जवानी, तां पुत गोबिंद दे होणगे सरुआं दे हाणी। पर जोड़ी विछड़ी पिता तो विच उम्र नियाणी, उदों डुसकां भर भर रो पिया सरसा दा पानी। उदों गंगू ने विश्वासघात दी छुरी चलाई, मां गुजरी बिरद शरीर दी पा गई जुदाई।
ਤਾਂ ਉਸ ਵੇਲੇ ਮਨੁੱਖਤਾ ਤਾਂ ਉਸ ਵੇਲੇ ਮਨੁੱਖਤਾ ਦੇ ਉੱਠੀ ਦੁਹਾਈ, ਪਰ ਦਸਮ ਗੁਰੂ ਦੀਆਂ ਅੱਖਾਂ ਵਿੱਚ ਇੱਕ ਬੂੰਦ ਨਾ ਆਈ। ਸਾਧ ਸੰਗਤ ਜੀ, ਪਾਲ ਜੀ ਵਰਗਾ ਜ਼ਹੀਨ ਗਾਇਕ ਜੈਕਾਰਾ ਦਵੇ ਤੇ ਇਹ ਧੰਨ ਭਾਗੇ ਕਿਸੇ ਕਵੀ ਦਾ। ਪਰ ਕੀ ਸੰਗਤ ਵਿੱਚੋਂ ਨਹੀਂ ਪਸੰਦ ਆਇਆ ਸ਼ੇਰ ਕਿਸੇ ਨੂੰ? ਕੋਈ ਮੈਨੂੰ ਸੰਗਤ ਵਿੱਚੋਂ ਜੈਕਾਰਾ ਨਹੀਂ ਆਇਆ ਅਜੇ ਤੱਕ। ਇੱਕ ਜੈਕਾਰਾ ਪੈਣਾ। ਐਸਾ ਕੁਝ ਵਾਪਰ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਵਿੱਚ। ਇੱਕ ਘਟਨਾ ਹੋਰ ਦੇਖਣਾ ਸਾਧ ਸੰਗਤ ਜੀ, ਆਪਣੀ ਸੁਰਤੀ ਤੇ ਬਿਰਤੀ ਚਮਕੌਰ ਸਾਹਿਬ ਵੱਲ ਲੈ ਚੱਲਣਾ। ਦੇਖਣਾ ਕੀ ਵਾਪਰ ਗਿਆ ਕਿ ਸਨ ਮੁਗਲ ਚੜੇ ਚਮਕੌਰ ਤੇ, ਜਦ ਘੱਤ ਵਹੀਰਾਂ ਦਸਮੇਸ਼ ਨੂੰ ਜਿਉਂਦਾ ਫੜਨ ਲਈ ਕਰਕੇ ਤਦਬੀਰਾਂ। ਸਨ ਮੁਗਲ ਚੜੇ ਚਮਕੌਰ ਤੇ, ਜਦ ਘੱਤ ਵਹੀਰਾਂ ਦਸਮੇਸ਼ ਨੂੰ ਜਿਉਂਦਾ ਫੜਨ ਲਈ ਕਰਕੇ ਤਦਬੀਰਾਂ। ਜਾਂ ਮਾਰ ਗੋਬਿੰਦ ਨੂੰ ਲੈਣੀਆਂ ਜਿਨ੍ਹਾਂ ਮਿਲਖ ਜਗੀਰਾਂ। ਆ ਘੇਰਿਆ ਕੱਚੀ ਗੜੀ ਨੂੰ ਜਦ ਗਾਜ਼ੀ ਬੀਰਾਂ। ਆ ਘੇਰਿਆ ਕੱਚੀ ਗੜੀ ਨੂੰ ਜਦ ਗਾਜ਼ੀ ਬੀਰਾਂ। ਉਹ ਜਦੋਂ ਹੋਥੀ ਤੋਰੇ ਜੰਗ ਨੂੰ ਹੱਥ ਦੇ ਸ਼ਮਸ਼ੀਰਾਂ। ਉਹ ਦੋ ਪੁੱਤ ਜਿਵੇਂ ਸੰਗਮਰਮਰੀ ਹੋਵਣ ਤਸਵੀਰਾਂ। ਦੋ ਪੁੱਤ ਜਿਵੇਂ ਸੰਗਮਰਮਰੀ ਹੋਵਣ ਤਸਵੀਰਾਂ। ਉਹ ਜਦੋਂ ਪੋਟਾ ਪੋਟਾ ਵਿੰਨਿਆ ਪੁੱਤਰਾਂ ਦਾ ਤੀਰਾਂ। ਉਹ ਜਦੋਂ ਅੱਖੀਆਂ ਸਾਵੇਂ ਹੋ ਗਏ ਪੁੱਤ ਲੀਰਾਂ ਲੀਰਾਂ। ਉਹ ਜਦੋਂ ਅੱਖੀਆਂ ਜਦੋਂ ਪੋਟਾ ਪੋਟਾ ਵਿੰਨਿਆ ਪੁੱਤਰਾਂ ਦਾ ਤੀਰਾਂ। ਉਹ ਜਦੋਂ ਅੱਖੀਆਂ ਸਾਵੇਂ ਹੋ ਗਏ ਪੁੱਤ ਲੀਰਾਂ ਲੀਰਾਂ। ਉਦੋਂ ਗਲ ਵਿੱਚ ਵਾਲ ਖਲਾਰ ਕੇ ਉਦੋਂ ਗਲ ਵਿੱਚ ਵਾਲ ਖਲਾਰ ਕੇ ਉਹ ਮਮਤਾ ਕੁਰਲਾਈ। ਪਰ ਦਸਮ ਗੁਰੂ ਦੀਆਂ ਅੱਖਾਂ ਵਿੱਚ ਇੱਕ ਬੂੰਦ ਨਾ ਆਈ। ਪਰ ਦਸਮ ਗੁਰੂ ਦੀਆਂ ਅੱਖਾਂ ਵਿੱਚ ਇੱਕ ਬੂੰਦ ਨਾ ਆਈ। ਪਰ ਬਹੁਤ ਬਹੁਤ ਧੰਨਵਾਦ ਭੈਣ ਜੀ, ਤੁਸੀਂ ਕਵਿਤਾ ਦੇ ਨਾਲ ਜੁੜ ਕੇ ਕਵਿਤਾ ਸੁਣ ਰਹੇ ਹੋ। ਆਓ ਅਗਲੀ ਗੱਲ ਦੇਖਣੀ। ਪਰ ਰੱਬ ਜਾਣੇ ਅੱਜ ਗੱਲ ਕੀ ਅਨਹੋਣੀ ਹੋਈ। ਅੱਜ ਕਥਾ ਜਦੋਂ ਸਰਹੰਦ ਦੀ ਮਾਹੀ ਨੇ ਛੋਹੀ। ਕਿੰਜ ਤੋਰੇ ਦਾਦੀ ਮਾਂ ਨੇ ਪੁੱਤਰ ਦੇ ਜਾਏ। ਫਿਰ ਵਿੱਚ ਕਚਹਿਰੀ ਜ਼ਾਲਮਾਂ ਕੀ ਜ਼ੁਲਮ ਕਮਾਏ। ਕੀ ਕਾਰੇ ਸੁਚਾਨੰਦ ਨੇ ਝੂਠੇ ਵਰਤਾਏ। ਕਿੰਜ ਹੀਰਿਆਂ ਵਰਗੇ ਬਾਲ ਸਨ ਨੀਂਹ ਵਿੱਚ ਚਿਣਵਾਏ। ਕਿੰਜ ਹੀਰਿਆਂ ਵਰਗੇ ਬਾਲ ਸਨ ਪੱਥਰੀ ਚਿਣਵਾਏ। ਸੁਣ ਸੂਈਆਂ ਹੋਈਆਂ ਅੱਖੀਆਂ ਦਿਲ ਰੋ ਵਿੱਚ ਆਇਆ। ਤਾਂ ਗੁੱਸਾ ਗੁਰਦਸ਼ਮੇਸ਼ ਤੋਂ ਨਾ ਗਿਆ ਦਬਾਇਆ। ਉਹਨਾਂ ਇੱਕ ਪੌਦੇ ਦੀਆਂ ਜੜ੍ਹਾਂ ਵਿੱਚ ਇਉਂ ਤੀਰ ਅੜਾਇਆ। ਤੇ ਫਿਰ ਜੜ ਪੌਦੇ ਦੀ ਪੁੱਟ ਕੇ
ਏਦਾਂ ਫਰਮਾਇਆ। ਉਹ ਜੜ ਪੌਦੇ ਦੀ ਪੁੱਟ ਕੇ ਏਦਾਂ ਫਰਮਾਇਆ ਕਿ ਜੋ ਅੜੀ ਸੀ ਵਿੱਚ ਪਤਾਲ ਦੇ, ਜੋ ਅੜੀ ਸੀ ਵਿੱਚ ਪਤਾਲ ਦੇ, ਜੜ ਖਾਲੀ ਤਾਣੀ। ਜੜ ਮੁਗਲ ਰਾਜ ਦੀ ਹਿੰਦ ਚੋਂ ਇੰਜ ਪੁੱਟੀ ਜਾਣੀ। ਜੜ ਮੁਗਲ ਰਾਜ ਦੀ ਹਿੰਦ ਚੋਂ ਇੰਜ ਪੁੱਟੀ ਜਾਣੀ। ਪਰ ਪਤਾ ਨਹੀਂ ਫਿਰ ਕਿਸ ਲਈ ਅੱਖੀਆਂ ਭਰ ਆਈਆਂ, ਕਿਉਂ ਨੈਣਾ ਦੇ ਵਿੱਚ ਗਮ ਦੀਆਂ ਨੱਚੀਆਂ ਪਰਛਾਈਆਂ। ਦੋ ਅਥਰੂ ਡਿੱਗ ਪਏ ਧਰਤ ਤੇ ਮੋਤੀ ਅਣਮੁੱਲੇ, ਅੱਜ ਦਸਮ ਪਿਤਾ ਦੀਆਂ ਅੱਖੀਆਂ ਚੋਂ ਹੰਝੂ ਡੁੱਲੇ। ਅੱਜ ਦਸਮ ਪਿਤਾ ਦੀਆਂ ਅੱਖੀਆਂ ਚੋਂ ਹੰਝੂ ਡੁੱਲੇ। ਤਾਂ ਝੱਟ ਕੋਲੋਂ ਇੱਕ ਸਿੰਘ ਨੇ ਇਹ ਪ੍ਰਸ਼ਨ ਉਠਾਇਆ। ਸਤਿਸੰਗ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਆਪਣੀ ਜ਼ਿੰਦਗੀ 'ਚ। ਜੇ ਕਿਤੇ ਕਿਸੇ ਕਬਰ ਨੂੰ ਸਜਦਾ ਕਰਦਿਆਂ ਦੇਖ ਲਿਆ ਤੀਰ ਦੀ ਨੋਕ ਨਾਲ, ਤੇ ਸਿੰਘਾਂ ਨੇ ਪ੍ਰਸ਼ਨ ਕਰ ਲਿਆ ਕਿ ਇਹ ਕਿਉਂ, ਸਾਨੂੰ ਮੜੀ ਮਸਾਣੀ ਝੁਕਣ ਤੋਂ ਮਨਾ ਕਰਕੇ ਇਹ ਸਜਦਾ ਕਿਉਂ। ਤੇ ਜੇ ਅੱਜ ਇਹ ਪਤਾ ਲੱਗਿਆ ਕਿ ਜਿਸ ਗੁਰੂ ਦੀਆਂ ਅੱਖਾਂ ਵਿੱਚ ਹੰਝੂ ਆ ਹੀ ਨਹੀਂ ਸਕਦੇ, ਇਹ ਹੰਝੂ ਕਿਉਂ ਆ ਗਏ। ਇੱਕ ਸਵਾਲ ਆ ਗਿਆ। ਗੁਰੂ ਕੀ ਉਮਤ ਸਵਾਲ ਪੁੱਛ ਸਕਦੀ ਜੇ ਸਾਧ ਸੰਗਤ ਜੀ। ਗੁਰੂ ਕੇ ਖਾਲਸੇ ਨੂੰ ਇਹ ਗੁਰੂ ਨੇ ਦਿੱਤੀ ਹੋਈ ਬਖਸ਼ਿਸ਼ ਹੈ। ਸਵਾਲ ਪੁੱਛ ਲਿਆ। ਇਹ ਸਵਾਲ ਤੇ ਇਹ ਜਵਾਬ ਮੇਰੀ ਕਵਿਤਾ ਨੇ। ਸਾਧ ਸੰਗਤ ਧਿਆਨ ਨਾਲ ਸੁਣਨਾ। ਤਾਂ ਝੱਟ ਕੋਲੋਂ ਇੱਕ ਸਿੰਘ ਨੇ ਇਹ ਪ੍ਰਸ਼ਨ ਉਠਾਇਆ, ਸੀ ਤੋਰਿਆ ਤੁਸਾਂ ਜੁਝਾਰ ਨੂੰ, ਜੰਗ ਨੂੰ ਤਿਰਹਾਇਆ। ਉਹ 2 ਗਜ਼ ਅਜੀਤ ਦੀ ਲਾਸ਼ ਤੇ ਕੱਪੜਾ ਨਾ ਪਾਇਆ। ਉਹ ਜਦੋਂ ਤਾਂ ਝੱਟ ਕੋਲੋਂ ਇੱਕ ਸਿੰਘ ਨੇ ਇਹ ਪ੍ਰਸ਼ਨ ਉਠਾਇਆ, ਸੀ ਤੋਰਿਆ ਤੁਸਾਂ ਜੁਝਾਰ ਨੂੰ, ਜੰਗ ਨੂੰ ਤਿਰਹਾਇਆ। 2 ਗਜ਼ ਅਜੀਤ ਦੀ ਲਾਸ਼ ਤੇ ਕੱਪੜਾ ਨਾ ਪਾਇਆ। ਉਹ ਜਦੋਂ ਦੋਵੇਂ ਹੋਏ ਸ਼ਹੀਦ ਸੀ, ਤੁਸਾਂ ਸ਼ੁਕਰ ਮਨਾਇਆ। ਪਰ ਮਾਹੀ ਨੇ ਅੱਜ ਛੋਟਿਆਂ ਦਾ ਜਦ ਹਾਲ ਸੁਣਾਇਆ, ਤਾਂ ਕਿਉਂ ਨੈਣੀ ਦਾ ਤਰਦੀ ਅੱਜ ਪਾਣੀ ਆਇਆ। ਤਾਂ ਕਿਉਂ ਨੈਣੀ ਦਾ ਤਰਦੀ ਅੱਜ ਪਾਣੀ ਆਇਆ। ਕਿ ਨਿੱਕਿਆਂ ਨਾਲ ਬਹੁਤਾ ਮੋਹ ਸੀ, ਕਿ ਨਿੱਕਿਆਂ ਨਾਲ ਬਹੁਤਾ ਮੋਹ ਸੀ, ਤੇ ਵੱਡਿਆਂ ਨਾਲ ਥੋੜਾ। ਕੀ ਵੱਡਿਆਂ ਤੋਂ ਸੀ ਕੀਮਤੀ ਨਿੱਕਿਆਂ ਦਾ ਜੋੜਾ। ਕੀ ਵੱਡਿਆਂ ਤੋਂ ਸੀ ਕੀਮਤੀ ਨਿੱਕਿਆਂ ਦਾ ਜੋੜਾ। ਤਾਂ ਹੱਸ ਕੇ ਦਾਤੇ ਆਖਿਆ, ਉਹ ਗੱਲ ਇਹ ਨਹੀਂ ਹੋਈ। ਤਾਂ ਹੱਸ ਕੇ ਦਾਤੇ ਆਖਿਆ, ਉਹ ਗੱਲ ਇਹ ਨਹੀਂ ਹੋਈ। ਅੱਜ ਪੁੱਤਰਾਂ ਦੇ ਅਫਸੋਸ ਵਿੱਚ ਮੇਰੀ ਅੱਖ ਨਹੀਂ ਰੋਈ। ਅੱਜ ਪੁੱਤਰਾਂ ਦੇ ਅਫਸੋਸ ਵਿੱਚ ਮੇਰੀ ਅੱਖ ਨਹੀਂ ਰੋਈ। ਅੱਜ ਮਾਹੀ ਨੇ ਸਰਹੰਦ ਦਾ ਜਦ ਹਾਲ ਸੁਣਾਇਆ, ਮੈਂ ਜੜ ਪੌਦੇ ਦੀ ਪੁੱਟ ਕੇ ਡਾਢਾ ਪਛਤਾਇਆ। ਮੈਂ ਜੜ ਪੌਦੇ ਦੀ ਮਿਹਰਬਾਨੀ ਜੀ। ਕਿ ਅੱਜ ਮਾਹੀ ਨੇ ਸਰਹੰਦ ਦਾ ਜਦ ਹਾਲ ਸੁਣਾਇਆ, ਮੈਂ ਜੜ ਪੌਦੇ ਦੀ ਪੁੱਟ ਕੇ ਡਾਢਾ ਪਛਤਾਇਆ। ਉਹ ਜੜ ਮੁਗਲ ਰਾਜ ਦੀ ਹਿੰਦ ਚੋਂ ਜਦ ਪੁੱਟੀ ਚੱਲੀ, ਉਹ ਬਰਬਾਦੀ ਹੁੰਦੀ ਵੇਖ ਕੇ ਮੈਥੋਂ ਗਈ ਨਾ ਝੱਲੀ।
ਉਹ ਬਰਬਾਦੀ ਹੁੰਦੀ ਵੇਖ ਕੇ ਮੈਥੋਂ ਗਈ ਨਾ ਝੱਲੀ। ਸਾਧ ਸੰਗਤ ਜੀ, ਇਹ ਵੀ ਗੁਰੂ ਜੇ। ਦੂਸਰੀ ਜਿਹਨੂੰ ਅਸੀਂ ਬਗਾਨੀ ਕੌਮ ਕਹਿੰਦੇ ਆ, ਅਸੀਂ ਉਹਦੇ ਦੁੱਖ ਨੂੰ ਵੀ ਆਪਣਾ ਦੁੱਖ ਜਾਣ ਕੇ, ਸਾਰੀ ਲੋਕਾਈ ਦਾ ਦੁੱਖ ਜਾਣ ਕੇ ਅੱਖਾਂ ਵਿੱਚ ਦੋ ਹੰਝੂ ਆ ਜਾਂਦੇ ਨੇ। ਇੱਥੇ ਬਗਾਨੀ ਜਨਤਾ ਮਰਵਾ ਦਿੰਦਾ ਹੈ ਗੁਰੂ ਆਪਣਾ ਨਾਂ ਲੈ ਕੇ, ਫਿਰ ਇੱਕ ਹੰਝੂ ਨਹੀਂ ਕਿਤੇ ਘੇਰਨ ਜੋਗੀ ਥਾਂ ਮਿਲਦੀ। ਸਾਧ ਸੰਗਤ ਜੀ, ਐਸਾ ਇਹ ਫਰਕ ਹੁੰਦੇ ਜੇ। ਗੁਰੂ ਕਦੋਂ ਗੁਰੂ ਬਣਦਾ ਹੈ? ਮੈਂ ਬੜੇ ਦੁੱਖ ਨਾਲ ਇਹ ਗੱਲ ਕਹਿ ਰਿਹਾ। ਮੈਂ ਅੱਜ ਦੀਆਂ ਘਟਨਾਵਾਂ ਵੇਖ ਕੇ ਵੀ ਇਹ ਗੱਲ ਕਹਿ ਸਕਦਾ ਵੀ ਗੁਰੂ ਬਣਨਾ ਬੜਾ ਔਖਾ ਜੇ, ਗੁਰੂ ਹੋਣਾ ਬੜਾ ਔਖਾ ਜੇ, ਗੁਰੂ ਦੀ ਪਦਵੀ ਲੈਣੀ ਬੜੀ ਔਖੀ ਜੇ। ਗੁਰੂ ਲਈ ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨ ਆਈ ਹੁੰਦਾ। ਇਹ ਹੈ ਗੁਰੂ ਗੋਬਿੰਦ ਸਿੰਘ। ਉਹ ਜੜ ਮੁਗਲ ਰਾਜ ਦੀ ਹਿੰਦ ਚੋਂ ਜਦ ਪੁੱਟੀ ਚੱਲੀ, ਬਰਬਾਦੀ ਹੁੰਦੀ ਵੇਖ ਕੇ ਮੈਥੋਂ ਗਈ ਨਾ ਝੱਲੀ। ਕਿ ਹੱਥੀਂ ਬਰਬਾਦੀ ਕਰਦਿਆਂ ਹੱਥੀਂ ਬਰਬਾਦੀ ਕਰਦਿਆਂ ਉਹ ਮੇਰੀ ਜਿੰਦ ਰਿੰਝਾਣੀ। ਇਸ ਲਈ ਹੈ ਅੱਖੀਓਂ ਡਿੱਗ ਪਿਆ ਦੋ ਬੂੰਦਾਂ ਪਾਣੀ, ਇਸ ਲਈ ਹੈ ਅੱਖੀਓਂ ਡਿੱਗ ਪਿਆ ਦੋ ਬੂੰਦਾਂ ਪਾਣੀ। ਹੈ ਧੰਨ ਪਿਤਾ ਦਸਮੇਸ਼ ਤੂੰ। ਅੰਤ ਵਿੱਚ ਕਵੀ ਦੇ ਮੂੰਹੋਂ ਕੁਝ ਸ਼ਬਦ ਨੇ। ਪਹਿਲੀ ਸਾਰੀ ਕਵਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਵਾਲ ਤੇ ਉਹਦਾ ਜਵਾਬ ਹੈ। ਕਵੀ ਕੀ ਮਹਿਸੂਸ ਕਰਦਾ? ਆਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਨਮਸਕਾਰ ਕਵੀ ਕਰੀਏ ਸਾਧ ਸੰਗਤ ਜੀ। ਹੈ ਧੰਨ ਪਿਤਾ ਦਸਮੇਸ਼ ਤੂੰ, ਤੇਰੀ ਧਨ ਕਮਾਈ, ਤੇਰੀ ਨਾ ਕੋਈ ਵੈਰੀ ਕੌਮ ਸੀ ਨਾ ਕੋਈ ਪਰਾਈ। ਤੇਰੇ ਦਿਲ ਵਿੱਚ ਗੈਰਾਂ ਵਾਸਤੇ ਸੀ ਪੀੜ ਸਮਾਈ। ਤੇਰੀ ਮਹਿਮਾ ਤਾਈਓਂ ਗਾ ਰਹੀ ਅੱਜ ਕੁੱਲ ਲੁਕਾਈ। ਉਹ ਤੇਰੇ ਹੰਝੂਆਂ ਵਿੱਚ ਤਾਸੀਰ ਸੀ ਕੋਈ ਬੜੀ ਨਿਰਾਲੀ। ਤੇਰੇ ਹੰਝੂਆਂ ਵਿੱਚ ਤਾਸੀਰ ਸੀ। ਸਤਸੰਗਤ ਕੈਸਾ ਗੁਰੂ ਹੈ? ਉਹਦੇ ਹੰਝੂਆਂ ਵਿੱਚ ਵੀ ਤਾਸੀਰ, ਉਹਦੇ ਬਖਸ਼ੇ ਪਾਣੀ ਵਿੱਚ ਵੀ ਤਾਸੀਰ। ਉਹ ਤੇ ਪਾਣੀ ਵਿੱਚ ਕਿਤੇ ਖੰਡਾ ਘੁਮਾ ਦੇਵੇ ਤੇ ਅੰਮ੍ਰਿਤ ਬਣ ਜਾਂਦਾ ਜੇ। ਐਸਾ ਗੁਰੂ, ਉਹਦੇ ਹੰਝੂਆਂ ਵਿੱਚ ਕਿੱਦਾਂ ਦੀ ਤਾਸੀਰ ਹੋਏਗੀ? ਤੇਰੇ ਹੰਝੂਆਂ ਵਿੱਚ ਤਾਸੀਰ ਸੀ ਕੋਈ ਬੜੀ ਨਿਰਾਲੀ। ਤੇਰੇ ਹੰਝੂਆਂ ਸਾਂਝੀ ਵਾਲਤਾ ਦੀ ਜੋਤ ਹੈ ਬਾਲੀ। ਤੇਰੇ ਹੰਝੂਆਂ ਸਾਂਝੀ ਵਾਲਤਾ ਦੀ ਜੋਤ ਹੈ ਬਾਲੀ। ਉਹ ਦੋ ਹੰਝੂ ਡੋਲ ਕੇ ਪਾ ਗਿਓ। ਪਲ ਜੀ ਇੱਕ ਅਨੁਪਰਾਸ ਦੇਖਣਾ। ਦੋ ਹੰਝੂ ਡੋਲ ਕੇ ਪਾ ਗਿਓ ਲੀਏ ਕੇ ਵਾਲੀ। ਦੋ ਹੰਝੂ ਡੋਲ ਕੇ ਪਾ ਗਿਓ ਲੀਏ ਕੇ ਵਾਲੀ। ਤੂੰ ਯੋਧਾ ਸੈਂ ਪਰ ਬਣ ਗਿਓ ਅਮਨਾਂ ਦਾ ਵਾਲੀ। ਤੂੰ ਯੋਧਾ ਸੈਂ ਪਰ ਬਣ ਗਿਓ ਅਮਨਾਂ ਦਾ ਵਾਲੀ। ਤੇ ਆਖਰੀ ਸ਼ੇਰ ਕਿ ਤੇਰੇ ਹੰਝੂ ਲਿਖਦੇ ਰਹਿਣਗੇ ਤੇਰੇ ਹੰਝੂ ਲਿਖਦੇ ਰਹਿਣਗੇ ਇਹ ਅਮਨ ਤਰਾਨਾ। ਤੇਰੀ ਉਸਤਤ ਗਾਉਂਦਾ ਰਹੇਗਾ ਮਸਰੂਰ ਜ਼ਮਾਨਾ। ਤੇਰੇ ਹੰਝੂ ਲਿਖਦੇ ਰਹਿਣਗੇ
ਏ ਅਮਨ ਤਰਾਨਾ ਤੇਰੀ ਉਸਤਤ ਗਾਉਂਦਾ ਰਹੇਗਾ ਮਸਰੂਰ ਜ਼ਮਾਨਾ ਤੇਰੀ ਉਸਤਤ ਗਾਉਂਦਾ ਰਹੇਗਾ ਮਸਰੂਰ ਜ਼ਮਾਨਾ।